ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਮੈਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦਾ। ਤੁਸੀਂ ਰਾਜਿਆਂ ਦੇ ਰਾਜਾ ਹੋ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਨਿਤ ਪ੍ਰਤੀ ਦਿਨ ਆਪਣੇ ਵਚਨ ਦੀ ਸਿੱਖਿਆ ਦੇ ਕੇ ਸਾਨੂੰ ਆਪਣੇ ਰਾਜ ਵਿੱਚ ਚੱਲਣ ਦੇ ਲਈ ਆਪਣਾ ਬਲ ਦਿੰਦੇ ਹੋ। ਉਸ ਦੇ ਲਈ ਮੈਂ ਆਪ ਦਾ ਧੰਨਵਾਦੀ ਹਾਂ। ਸਾਨੂੰ ਆਪ ਦੇ ਵਚਨ ਦੇ ਅਨੁਸਾਰ ਜੀਵਨ ਜੀਣ ਦੇ ਲਈ, ਆਪ ਦੇ ਪਿੱਛੇ ਚੱਲਣ ਦੇ ਲਈ ਮਦਦ ਕਰ, ਤਾਂ ਕਿ ਪਰਮੇਸ਼ਰ ਪਿਤਾ ਸਾਡਾ ਜੀਵਨ, ਜੋ ਅਸੀਂ ਤੇਰੇ ਵਾਅਦੇ ਨੂੰ ਪੜ੍ਹਿਆ ਹੈ ਕਿ ਜਿੱਥੇ ਮੈਂ ਹੋਵਾਂ ਉੱਥੇ ਤੁਸੀਂ ਵੀ ਹੋਵੋ, ਇਸ ਵਚਨ ਦੇ ਅਨੁਸਾਰ ਚੱਲਦੇ ਹੋਏ ਅਸੀਂ ਉਸ ਰਾਹ ਦੇ ਵਿੱਚ ਆਪ ਦੇ ਨਾਲ ਬਣੇ ਪਾਏ ਜਾਈਏ। ਦਿਨ ਪ੍ਰਤੀ ਦਿਨ ਆਪ ਦੇ ਵਚਨ ਦੀ ਤੌਫੀਕ ਦੇ ਵਿੱਚ ਸਾਨੂੰ ਬਣੇ ਰਹਿਣ ਦੇ ਲਈ, ਉਸ ਦੇ ਅਨੁਸਾਰ ਚੱਲਣ ਦੇ ਲਈ ਮਦਦ ਕਰ। ਸਾਰਾ ਆਦਰ ਮਾਣ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ, ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਦੂਸਰਾ ਕਰੰਥੀਆਂ 13 ਅਧਿਆਏ ਉਸ ਦੀ 8 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਅਸੀਂ ਸੱਚਾਈ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ। ਅਸੀਂ ਸੱਚਾਈ ਦੇ ਵਿਰੁੱਧ ਕੁਝ ਨਹੀਂ, ਸਗੋਂ ਸੱਚਾਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਇੱਕ ਵਿਸ਼ਵਾਸੀ ਨੂੰ ਸੱਤ ਦੇ ਵਚਨ ਨੂੰ ਪ੍ਰਗਟ ਕਰਨਾ ਜਾਂ ਉਸ ਦੇ ਪਿੱਛੇ ਚੱਲਣਾ। ਇੱਕ ਵਿਸ਼ਵਾਸੀ ਨੂੰ ਸੱਤ ਦੇ ਵਚਨ ਦੇ ਪਿੱਛੇ ਚੱਲਣਾ। ਬਹੁਤ ਘੱਟ ਲੋਕ ਹੈ ਅਤੇ ਬਹੁਤ ਘੱਟ ਲੋਕਾਂ ਦੇ ਜੀਵਨ ਨੂੰ ਵੇਖੀਦਾ ਹੈ ਜਿਹੜੇ ਸੱਤ ਦੇ ਵਚਨ ਦੇ ਪਿੱਛੇ ਚੱਲਦੇ ਆ। ਉਹ ਜੈ ਮਸੀਹ ਦੀ ਕਹਿੰਦੇ ਆ। ਤੁਹਾਡੇ ਨਾਲ ਜਦੋਂ ਕਿਤੇ ਸਭਾ ਹੁੰਦੀ ਹੈ, ਕੰਮ ਹੁੰਦੇ ਹਨ, ਤਾਂ ਕਰਨ ਦੇ ਵਿੱਚ ਬੜਾ ਜੋਸ਼ ਦਿਖਾਉਂਦੇ ਹੈ, ਅਤੇ ਜਿੱਥੇ ਪਰਮੇਸ਼ਰ ਦੇ ਵਚਨ ਦੇ ਨਾਲ ਖੜਨ ਦੀ ਗੱਲ ਆਉਂਦੀ ਹੈ ਕਿ ਸਾਨੂੰ ਇਹ ਕੰਮ ਸੰਸਾਰ ਦੇ ਵਿੱਚ ਨਹੀਂ ਕਰਨਾ ਹੈ, ਸੰਸਾਰ ਦੇ ਨਾਲ ਨਹੀਂ ਕਰਨਾ ਚਾਹੀਦਾ ਹੈ, ਉੱਥੇ ਉਹ ਸਾਡੇ ਵਿਰੁੱਧ ਹੋ ਜਾਂਦੇ ਆ। ਭਾਵੇਂ ਉਹ ਸਾਡੇ ਕਿੰਨੇ ਵੀ ਨੇੜੇ ਹੋਣ, ਭਾਵੇਂ ਅਸੀਂ ਉਹਨਾਂ ਦੇ ਨਾਲ ਕਿੰਨਾ ਵੀ ਮਿਲਦੇ ਹੋਈਏ, ਭਾਵੇਂ ਅਸੀਂ ਉਹਨਾਂ ਨਾਲ ਕਿੰਨਾ ਵੀ ਪਿਆਰ ਕਰਦੇ ਹੋਈਏ, ਜਦੋਂ ਅਸੀਂ ਸੱਤ ਦਾ ਵਚਨ ਉਹਨਾਂ ਦੇ ਅੱਗੇ ਰੱਖ ਦਿੰਦੇ ਆ, ਸੱਤ ਦਾ ਵਚਨ ਉਹਨਾਂ ਨੂੰ ਦੱਸ ਦਿੰਦੇ ਆ ਕਿ ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਇਸ ਰਾਹ ਦੇ ਉੱਤੇ ਚੱਲੀਏ, ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਇਹ ਕੰਮ ਕਰੀਏ, ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਬੋਲੀਏ, ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਕੰਪਰੋਮਾਈਜ਼ ਕਰੀਏ, ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਦੀ ਵਿਰੁੱਧ ਝੂਠੀ ਗਵਾਹੀ ਦਈਏ, ਪਰਮੇਸ਼ਰ ਨਹੀਂ ਚਾਹੁੰਦਾ ਕਿ ਅਸੀਂ ਉਸ ਦੇ ਕੰਮਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਦਾ ਕਾਰਨ ਬਣੀਏ। ਜਦੋਂ ਅਸੀਂ ਇਹ ਗੱਲਾਂ ਦੇ ਉੱਤੇ ਉਹਨਾਂ ਦੇ ਨਾਲ ਪਿੱਛੇ ਹਟਦੇ ਹਾਂ ਤਾਂ ਉਹ ਸਾਡੇ ਵਿਰੋਧੀ ਬਣ ਜਾਂਦੇ ਆ। ਪਰ ਬਾਈਬਲ ਦੇ ਵਿੱਚ ਲਿਖਿਆ, ਜਿਹੜਾ ਸੱਤ ਦੇ ਪਿੱਛੇ ਚੱਲਦਾ ਹੈ ਉਹ ਪਰਮੇਸ਼ਰ ਨੂੰ ਵੇਖੇਗਾ ਅਤੇ ਜੀਵਨ ਨੂੰ ਪ੍ਰਾਪਤ ਕਰੇਗਾ। ਜਿਹੜਾ ਸੱਤ ਦੇ ਪਿੱਛੇ ਚੱਲੇਗਾ, ਔਰ ਸੱਤ ਦਾ ਸਭ ਤੋਂ ਵੱਡਾ ਆਈਡਲ ਸਾਡੇ ਜੀਵਨ ਦੇ ਵਿੱਚ, ਸੱਤ ਦਾ ਸਭ ਤੋਂ ਵੱਡਾ ਮਹੱਤਵਪੂਰਨ ਸਾਡੇ ਲਈ ਚਿੰਨ੍ਹ ਅਤੇ ਸਾਡੇ ਲਈ ਪਰਮੇਸ਼ਵਰ ਤੋਂ ਪ੍ਰਭੂ ਯਿਸੂ ਮਸੀਹ ਹੈ। ਮੈਂ ਆਪ ਦੇ ਨਾਲ ਪਰਮੇਸ਼ਰ ਪੁੱਤਰ ਦੀ ਇੱਕ ਸੱਚਾਈ ਆਪ ਦੇ ਨਾਲ ਦੱਸਣਾ ਚਾਹੁੰਦਾ ਹਾਂ। ਜੋ ਵਚਨ ਪੌਲਸ ਰਸੂਲ ਨੇ ਇੱਥੇ ਲਿਖਿਆ ਹੈ ਕਿ ਅਸੀਂ ਸੱਚਾਈ ਦੇ ਵਿਰੁੱਧ ਕੁਝ ਨਹੀਂ, ਸਗੋਂ ਸੱਚਾਈ ਦੇ ਲਈ ਤਾਂ ਸਭ ਕੁਝ ਕਰ ਸਕਦੇ ਹਾਂ। ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਸੱਚ ਦਾ ਪ੍ਰਕਾਸ਼ ਪ੍ਰਗਟ ਕਰਨ ਦੇ ਲਈ ਆਇਆ ਸੀ। ਉਸ ਨੇ ਸੱਚ ਨੂੰ ਲੋਕਾਂ ਦੇ ਵਿੱਚ ਪ੍ਰਗਟ ਕੀਤਾ, ਪਰ ਲੋਕਾਂ ਨੇ ਉਸ ਸੱਚ ਨੂੰ ਸਵੀਕਾਰ ਨਾ ਕੀਤਾ, ਨਾ ਉਸ ਦੇ ਪਿੱਛੇ ਚੱਲਣਾ ਚਾਹਿਆ। ਮੈਂ ਆਪ ਨੂੰ ਪਹਿਲੀ ਘਟਨਾ ਜਿਹੜੀ ਹੈ ਯਿਸੂ ਮਸੀਹ ਦੇ ਜੀਵਨ ਦੀ ਇਸ ਸੱਤ ਦੇ ਨਾਲ ਦੱਸਣਾ ਚਾਹੁੰਦਾ ਹਾਂ। ਜਦੋਂ ਯਿਸੂ ਮਸੀਹ ਜੀ ਨੇ ਇਹ ਸੱਚ
ਇਸ ਦੁਨੀਆ ਦੇ ਵਿੱਚ ਪਰਮੇਸ਼ਰ ਦੇ ਵਚਨ ਦੇ ਨਾਲ ਪ੍ਰਗਟ ਕੀਤਾ। ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਪਹਿਲਾ ਪ੍ਰਚਾਰ ਸ਼ੁਰੂ ਕੀਤਾ ਯਸ਼ਾਇਆ ਨਬੀ ਦੇ ਰਾਹੀਂ, ਉਹਨੇ ਕਿਹਾ ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ, ਉਹਨਾਂ ਨੂੰ ਉਸ ਮੈਨੂੰ ਘੱਲਿਆ ਕਿ ਬੰਧੂਆਂ ਨੂੰ ਛੁੱਟਣ ਦਾ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਅਤੇ ਕੁਚਲਿਆ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰੇ ਦਾ ਪ੍ਰਚਾਰ ਕਰਾਂ। ਪ੍ਰਭੂ ਨੇ ਪੋਥੀ ਰੱਖੀ ਅਤੇ ਰੱਖ ਕੇ ਉਹਨਾਂ ਦੇ ਵਿੱਚ ਕਹਿਣ ਲੱਗਾ, ਇਹ ਲਿਖਤ ਅੱਜ ਤੁਹਾਡੇ ਕੰਨਾਂ ਵਿੱਚ ਪੂਰੀ ਹੋਈ ਹੈ। ਉਹ ਉਡੀਕ ਕਰ ਰਹੇ ਸੀ, ਪਰ ਪ੍ਰਭੂ ਨੇ ਸੱਚ ਪ੍ਰਗਟ ਕੀਤਾ, ਸੱਚ ਮੈਂ ਹਾਂ। ਪ੍ਰਭੂ ਨੇ ਕਿਹਾ ਰਾਹ ਸੱਚਾਈ ਅਤੇ ਜੀਵਨ ਮੈਂ ਹਾਂ, ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਪਹੁੰਚ ਸਕਦਾ। ਪ੍ਰਭੂ ਨੇ ਸੱਚ ਨੂੰ ਪ੍ਰਗਟ ਕੀਤਾ, ਪਰ ਅਸੀਂ ਕੀ ਦੇਖਦੇ ਹਾਂ? ਲੋਕਾਂ ਨੇ ਇਸ ਸੱਚ ਨੂੰ ਸਵੀਕਾਰ ਨਹੀਂ ਕੀਤਾ, ਲੋਕਾਂ ਨੇ ਨਹੀਂ ਮੰਨਿਆ ਇਸ ਸੱਚ ਨੂੰ। ਉਹ ਇਸ ਸੱਚ ਦੇ ਪਿੱਛੇ ਚੱਲਣ ਨੂੰ ਤਿਆਰ ਨਹੀਂ ਹੋਏ, ਕਿਉਂਕਿ ਉਹਨਾਂ ਨੇ ਕੀ ਕਿਹਾ? ਜਦੋਂ ਇਹ ਗੱਲ ਉਹਨੇ ਕਹੀ ਅਤੇ ਸਭਨਾਂ ਨੇ ਉਸ ਉੱਤੇ ਸਾਖੀ ਦਿੱਤੀ ਅਤੇ ਕਿਰਪਾ ਦੀਆਂ ਗੱਲਾਂ ਤੋਂ ਜੋ ਉਹਦੇ ਮੂੰਹ ਤੋਂ ਨਿਕਲਦੀਆਂ ਸੀ ਹੈਰਾਨ ਹੋ ਕੇ ਕਿਹਾ, ਭਲਾ ਇਹ ਯੂਸਫ ਦਾ ਪੁੱਤਰ ਨੇ? ਠੋਕਰ ਦਾ ਕਾਰਨ ਬਣ ਗਏ ਅਤੇ ਉਹਨਾਂ ਨੇ ਉਸ ਨੂੰ ਆਖਿਆ, ਤੁਸੀਂ ਜ਼ਰੂਰ ਇਹ ਕਹਾਵਤ ਮੇਰੇ ਉੱਤੇ ਕਹੋਗੇ ਕਿ ਹੇ ਵੈਦ ਆਪਣੇ ਆਪ ਨੂੰ ਚੰਗਾ ਕਰ। ਲੋਕ ਸੱਚ ਬੋਲਣ ਵਾਲੇ ਦੇ ਵਿਰੁੱਧ ਗੱਲਾਂ ਕਰਨਗੇ। ਔਰ ਪ੍ਰਭੂ ਯਿਸੂ ਮਸੀਹ ਨੇ ਜਦੋਂ ਸੱਚ ਦਾ ਰਾਹ ਦੱਸਿਆ ਤਾਂ ਲੋਕਾਂ ਨੇ ਉਹਨੂੰ ਮਾਰ ਦੇਣ ਦੇ ਲਈ ਪਹਾੜੀ ਤੋਂ ਸੁੱਟਣ ਦੀ ਯੋਜਨਾ ਬਣਾਈ। ਇਹ ਅਸੀਂ ਲੂਕਾ ਦੀ ਅੰਜੀਲ 4 ਅਧਿਆਏ 20 ਤੋਂ 30 ਤੱਕ ਦੀਆਂ ਆਇਤਾਂ ਵਿੱਚ ਪੜ੍ਹ ਸਕਦੇ ਹਾਂ। ਔਰ ਜਦੋਂ ਪ੍ਰਭੂ ਯਿਸੂ ਮਸੀਹ ਨੇ ਯਹੋਨਾ ਦੀ ਅੰਜੀਲ ਦੇ ਵਿੱਚ, ਜਦੋਂ ਮੈਂ 6 ਅਧਿਆਏ ਦੇ ਵਿੱਚ ਜਾਣਾ ਹਾਂ, ਤਾਂ ਉੱਥੇ ਵੀ ਪ੍ਰਭੂ ਨੇ ਸੱਚ ਗੱਲਾਂ ਕਹੀਆਂ ਔਰ ਉਸ ਸੱਚ ਦੀ ਗੱਲ ਦੇ ਉੱਤੇ ਉਹਨਾਂ ਨੇ ਉਸ ਦਾ ਵਿਰੋਧ ਕੀਤਾ। ਉਹਦੇ ਚੇਲੇ ਵੀ ਉਸ ਵਿਰੋਧ ਦੇ ਵਿੱਚ ਆ ਗਏ। ਜਦੋਂ ਪ੍ਰਭੂ ਨੇ ਕਿਹਾ, ਕੀ ਕਹਿੰਦਾ ਹੈ? ਜੋ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, 6:56 ਪੀਂਦਾ ਹੈ, ਸੋ ਮੇਰੇ ਵਿੱਚ ਰਹਿੰਦਾ ਹੈ ਔਰ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਮੇਰੇ ਕਾਰਨ ਜੀਵੇਗਾ। ਇੱਥੇ ਅਸੀਂ ਅਗਲੀ ਗੱਲ ਜਦੋਂ 60 ਦੇ ਵਿੱਚ ਆਉਂਦੇ ਹਾਂ ਤਾਂ ਉੱਥੇ ਲੋਕ ਕੀ ਕਹਿੰਦੇ ਆ? ਇਸ ਦਾ ਵਿਰੋਧ ਕਰਦੇ ਆ। ਕਹਿੰਦਾ ਇਸ ਲਈ ਉਹਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ, ਇਹ ਔਖੀ ਗੱਲ ਹੈ, ਇਹਨੂੰ ਕੌਣ ਸੁਣ ਸਕਦਾ ਹੈ? ਪਰ ਯਿਸੂ ਨੇ ਆਪਣੇ ਮਨ ਵਿੱਚ ਇਹ ਜਾਣਿਆ, ਭਾਈ ਮੇਰੇ ਚੇਲੇ ਇਸ ਗੱਲ ਉੱਤੇ ਬੜਬੜਾਉਂਦੇ ਹਨ। ਉਹਨਾਂ ਉਸ ਨੂੰ ਆਖਿਆ, ਇਸ ਤੋਂ ਤੁਹਾਨੂੰ ਠੋਕਰ ਲੱਗਦੀ ਹੈ, ਫਿਰ ਕੀ ਹੋਵੇਗਾ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਤਾਹਾਂ ਚੜ੍ਹਦੇ ਵੇਖੋਗੇ ਜਿੱਥੇ ਉਹ ਪਹਿਲਾਂ ਸੀ। ਔਰ ਇੱਥੋਂ ਅਸੀਂ ਦੇਖਦੇ ਹਾਂ ਕਿ ਕਈ ਚੇਲੇ ਪਿੱਛੇ ਨੂੰ ਮੁੜ ਗਏ ਇਸ ਗੱਲ ਤੇ, ਉਹਨਾਂ ਨੂੰ ਚੰਗੀ ਨਹੀਂ ਲੱਗੀ। ਕਿਉਂਕਿ 66 ਆਇਤ ਨੂੰ ਜਦੋਂ ਪੜ੍ਹਦੇ ਹਾਂ, ਇਸ ਗੱਲ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਿੱਛਾ ਫਿਰ ਗਏ ਅਤੇ ਮੁੜ ਉਹਦੇ ਨਾਲ ਨਾ ਚੱਲੇ। ਸੱਚ ਦੇ ਪਿੱਛੇ ਨਹੀਂ ਚੱਲੇ, ਸੱਚ ਦਾ ਸਾਥ ਛੱਡ ਦਿੱਤਾ। ਸੱਚ ਕੋੜਾ ਲੱਗਦਾ ਹੈ। ਜੇ ਕਿਸੇ ਭਾਈ ਜਾਂ ਕਿਸੇ ਭੈਣ ਦੇ ਵਿਰੁੱਧ ਕੋਈ ਅਸੀਂ ਸੱਚੀ ਗੱਲ ਦੱਸ ਦਿੰਦੇ ਹਾਂ, ਭਾਈ ਅਤੇ ਭੈਣ ਤੁਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਨਹੀਂ ਚੱਲ ਰਹੇ, ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿਰੋਧ ਚੱਲ ਰਹੇ ਹੋ, ਇਹ ਗੱਲਾਂ ਦੇ ਵਿਰੋਧ ਵਿੱਚ ਪਰਮੇਸ਼ਰ ਦਾ ਦੰਡ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਸੰਸਾਰ ਦੇ ਨਾਲ ਨਹੀਂ, ਪਰਮੇਸ਼ਰ ਨੇ ਸਾਨੂੰ ਸੰਸਾਰ ਤੋਂ ਵੱਖਰਾ ਕਰ ਲਿਆ ਹੈ, ਸਾਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਆ, ਤਦ ਉਹ ਤੁਹਾਡੇ ਵਿਰੋਧ ਵਿੱਚ ਹੋ ਜਾਣਗੇ, ਜਿਵੇਂ ਯਿਸੂ ਮਸੀਹ ਦੇ ਵਿਰੋਧ ਵਿੱਚ ਹੋ ਗਏ। ਇਸੇ ਕਰਕੇ ਪ੍ਰਭੂ ਨੇ ਕਿਹਾ ਸੀ ਕਿ ਉਹ ਸੱਚ ਦੇ ਵੈਰੀ ਹੋਣਗੇ, ਉਹ ਸੱਚ ਦੇ ਵਿਰੋਧ ਵਿੱਚ ਖੜੇ ਹੋ ਜਾਣਗੇ। ਕਿਉਂਕਿ ਪ੍ਰਭੂ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ ਜਦੋਂ ਪ੍ਰਭੂ ਨੇ ਸੱਤ ਦਾ ਗੱਲ ਉਹਨਾਂ ਦੇ ਉੱਤੇ ਉਜਾਗਰ ਕੀਤੀ ਅਤੇ ਉਹਨਾਂ ਨੂੰ ਦੱਸਿਆ। ਮੈਂ ਦੂਸਰਾ ਖੰਡ ਵੀ ਆਪ ਨੂੰ ਇੱਕ ਦੱਸਣਾ ਚਾਹੁੰਦਾ ਹਾਂ ਜੋ ਪੁਰਾਣੇ ਨੇਮ ਦੇ ਵਿੱਚ ਵੀ ਹੈ। ਮੇਰੇ ਨਾਲ ਦੂਸਰਾ ਇਤਿਹਾਸ 18 ਅਧਿਆਏ ਉਸ ਦੀ
ਪਹਿਲਾਂ ਮੈਂ 5 ਆਇਤ ਨੂੰ ਪੜਾਂਗਾ ਤਾਂ ਕਿ ਆਪ ਨੂੰ ਸਮਝ ਆ ਜਾਵੇ। ਉਸ ਤੋਂ ਬਾਅਦ 7 ਆਇਤ ਨੂੰ ਵੀ ਪੜਾਂਗਾ। 5 ਆਇਤ ਦੇ ਵਿੱਚ 18 ਦੇ 5 ਵਿੱਚ ਇਹ ਆਹਾਬ ਦੇ ਵਿਰੁੱਧ ਮਿਕਾਹ ਦਾ ਅਗੰਬਾਕ ਹੈ, ਕਿਉਂਕਿ ਇਹ ਲੋਕ ਯੁੱਧ ਕਰਨਾ ਚਾਹੁੰਦੇ ਸੀ। ਇਹ ਲੋਕ ਰਮੋਤ ਅਤੇ ਗਿਲਿਆਦ ਦੇ ਵਿਰੁੱਧ ਯੁੱਧ ਲੜਨਾ ਚਾਹੁੰਦੇ ਸੀ ਤੇ ਕੁਝ ਨਵੀ ਉਹਨਾਂ ਨੂੰ ਝੂਠੀ ਭਵਿੱਖਬਾਣੀ ਦੇ ਕੇ ਕਹਿ ਰਹੇ ਸੀ ਤੂੰ ਯੁੱਧ ਕਰ, ਇਹ ਤੇਰੇ ਹੱਥ ਵਿੱਚ ਹੋ ਜਾਵੇਗਾ। ਉਸ ਦੇ ਨਾਲ ਉਹਨਾਂ ਨੇ ਯਹੋਸ਼ਾਫਾਟ ਨੂੰ ਆਪਣੇ ਨਾਲ ਰਲਾਇਆ। ਯਹੋਸ਼ਾਫਾਟ ਨੇ ਸੱਚ ਦੀ ਗੱਲ ਕੀਤੀ, ਕਿਉਂਕਿ ਯਹੋਸ਼ਾਫਾਟ ਦੇ ਬਾਰੇ ਜੇ ਪੜ੍ਹੀਏ ਉਹ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲਾ ਬੰਦਾ ਸੀ। ਕਿਉਂਕਿ 3 ਆਇਤ ਨੂੰ ਪੜ੍ਹਦੇ ਆ ਜਦੋਂ 17 ਦੀ 3 ਨੂੰ, ਤਾਂ ਲਿਖਿਆ ਯਹੋਵਾ ਯਹੋਸ਼ਾਫਾਟ ਦੇ ਨਾਲ ਸੀ, ਕਿਉਂ ਜੋ ਉਸ ਦੀ ਚਾਲ ਆਪਣੇ ਪਿਤਾ ਦਾਊਦ ਦੇ ਪਹਿਲਾ ਵਾਂਗ ਅਨੁਸਾਰ ਸੀ ਅਤੇ ਉਹ ਬੁਆਲਾਂ ਦਾ ਤਾਲਬ ਨਹੀਂ ਸੀ। ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਉਹ ਬੁਆਲਾਂ ਦਾ ਤਾਲਬ ਨਹੀਂ ਸੀ, ਉਹਨਾਂ ਦੇ ਪਿੱਛੇ ਨਹੀਂ ਚੱਲਦਾ ਸੀ। ਜਦੋਂ ਅਸੀਂ 6 ਆਇਤ ਨੂੰ ਪੜ੍ਹਦੇ ਆ ਇਸੇ ਦੀ 17 ਦੀ 6 ਦੇ ਵਿੱਚ, ਤਾਂ ਉਹ ਕੀ ਕਹਿੰਦੇ, ਉਸ ਦਾ ਦਿਲ ਯਹੋਵਾ ਦੀਆਂ ਰਾਹਾਂ ਵਿੱਚ ਮਗਨ ਸੀ। ਉਹ ਉਸ ਸੱਤ ਦੇ ਰਾਹ ਦੇ ਵਿੱਚ ਮਗਨ ਸੀ। ਉਸ ਨੇ ਉੱਚੇ ਸਥਾਨਾਂ ਅਤੇ ਟੁੰਡਾਂ ਨੂੰ ਯਹੂਦਾ ਵਿੱਚੋਂ ਦੂਰ ਕਰ ਦਿੱਤਾ। ਜਿਸ ਗੱਲ ਤੋਂ ਪਰਮੇਸ਼ਰ ਨੂੰ ਘਿਣ ਆਉਂਦੀ ਸੀ, ਜਿਸ ਗੱਲ ਤੋਂ ਪਰਮੇਸ਼ਰ ਨਫ਼ਰਤ ਕਰਦਾ ਸੀ, ਜਿਸ ਗੱਲ ਦੇ ਉੱਤੇ ਪਰਮੇਸ਼ਰ ਦਾ ਕ੍ਰੋਧ ਭੜਕਦਾ ਸੀ, ਉਹਨਾਂ ਗੱਲਾਂ ਨੂੰ ਉਸਨੇ ਆਪਣੇ ਵਿੱਚੋਂ ਦੂਰ ਕਰ ਦਿੱਤਾ, ਸੱਚ ਨੂੰ ਫੜ ਲਿਆ। ਪਰ ਇੱਥੇ ਕੁਝ ਘਟਨਾ ਹੋਰ ਘਟ ਰਹੀ ਹੈ। ਜਦੋਂ ਲਿਖਿਆ ਹੈ ਤਾਂ ਇਸਰਾਇਲ ਦੇ ਪਾਤਸ਼ਾਹ ਨੇ ਨਵੀਆਂ ਨੂੰ ਜੋ 400 ਸਨ ਇਕੱਠਾ ਕੀਤਾ ਅਤੇ ਉਹਨਾਂ ਨੂੰ ਆਖਿਆ ਕਿ ਅਸੀਂ ਰਿਮੋਤ ਗਿਲਾਦ ਦੇ ਵਿਰੁੱਧ ਲੜਾਈ ਲਈ ਚੜ੍ਹਾਈ ਕਰੀਏ ਜਾਂ ਜਾਣ ਦਈਏ। ਉਹਨਾਂ ਆਖਿਆ ਚੜ੍ਹ ਜਾਓ, ਕਿਉਂ ਜੋ ਪਰਮੇਸ਼ਰ ਉਹਨੂੰ ਪਾਤਸ਼ਾਹ ਦੇ ਹੱਥ ਵਿੱਚ ਦੇ ਦੇਵੇਗਾ। 400 ਨਵੀਆਂ ਨੇ ਕਿਹਾ ਮੂੰਹ ਦੇਖਾ ਨਿਆ ਨਾ ਕਰੋ। ਅੱਜ ਕੱਲ ਦੇ ਭਵਿੱਖ ਦਕਤਾ ਨਵੀ ਬਹੁਤ ਸਾਰੇ ਨਿਕਲੇ ਹੋਏ ਆ, ਜਿਹੜੇ ਤੁਹਾਡੀ ਲਾਈਫ ਨੂੰ ਕਰਪਟ ਕਰ ਦੇਣਗੇ, ਜਿਹੜੇ ਤੁਹਾਡੇ ਜੀਵਨ ਨੂੰ ਨਸ਼ਟ ਕਰ ਦੇਣਗੇ। ਉਹ ਕਹਿਣਗੇ ਸੰਸਾਰ ਦੇ ਨਾਲ ਵੀ ਮੇਲ ਕਰ ਲਓ, ਕੋਈ ਫਰਕ ਨਹੀਂ ਪੈਂਦਾ ਹੈ, ਪਰਮੇਸ਼ਰ ਮਾਫ ਕਰ ਦੇਗਾ ਅਤੇ ਤੁਹਾਨੂੰ ਸਵਰਗ ਦੇ ਵਿੱਚ ਲੈ ਲਵੇਗਾ। ਨਥਿੰਗ, ਇਸ ਤਰ੍ਹਾਂ ਨਹੀਂ ਹੋਵੇਗਾ। ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਨੂੰ ਆਪਣੇ ਹੁਕਮ ਪਿਆਰੇ ਹੈ, ਜਿਹੜਾ ਉਹਦੇ ਹੁਕਮ ਨੂੰ ਮੰਨਦਾ ਉਹ ਉਹਦੇ ਮਨ ਦੇ ਅਨੁਸਾਰ ਹੈ। ਮੂਸਾ ਨੇ ਗਲਤੀ ਕੀਤੀ, ਇੱਕ ਗਲਤੀ ਕੀਤੀ ਹੈ, ਉਸ ਨੂੰ ਕਨਾਨ ਦੇਸ਼ ਦੇ ਵਿੱਚ ਵੜਨ ਦਾ ਹੁਕਮ ਨਹੀਂ। ਉਹਨੂੰ ਕਿਹਾ ਤੂੰ ਦੇਖ ਸਕਦਾ ਹੈ ਦੂਰੋਂ, ਪਰ ਅੰਦਰ ਨਹੀਂ ਜਾ ਸਕਦਾ। ਪਰਮੇਸ਼ਰ ਆਪਣੇ ਹੁਕਮ ਨੂੰ ਪਾਲਦਾ ਹੈ, ਜਿਹੜਾ ਸੱਤ ਦੇ ਪਿੱਛੇ ਚੱਲਦਾ ਉਹਨੂੰ ਪਾਲਦਾ ਹੈ। ਪਰਮੇਸ਼ਰ ਸੱਤ ਦੇ ਪਿੱਛੇ ਚੱਲਣ ਵਾਲੇ ਦੇ ਉੱਤੇ ਆਪਣਾ ਹੱਥ ਧਰਦਾ ਹੈ। ਅਸੀਂ ਪਹਿਲੀ ਗੱਲ ਦੇਖਦੇ ਹਾਂ, ਕਹਿੰਦਾ ਸੱਤ ਦੇ ਮਗਰ ਚੱਲੋ। ਸੱਤ ਦੇ ਮਗਰ ਚੱਲਣਾ ਆਪਣੇ ਆਪ ਨੂੰ ਮਸੀਹ ਯਸੂ ਦੇ ਪ੍ਰਤੀ ਸਪੁਰਦ ਕਰਨਾ। ਹੁਣ ਮੈਂ ਆਪਣੇ ਆਪ ਦਾ ਨਹੀਂ, ਹੁਣ ਮੈਂ ਯਸੂ ਦਾ। ਪਹਿਲੀ ਗੱਲ। ਦੂਸਰੀ ਗੱਲ, ਸੱਤ ਦੇ ਪਿੱਛੇ ਚੱਲਣਾ, ਹਰ ਇੱਕ ਦੁੱਖ, ਹਰ ਇੱਕ ਮੁਸੀਬਤ, ਹਰ ਇੱਕ ਕਸ਼ਟ ਆਪਣੇ ਜੀਵਨ ਦੇ ਵਿੱਚ ਲੈਣਾ, ਕਿਉਂਕਿ ਉਹ ਮਸੀਹ ਯਸੂ ਦੇ ਸੁਭਾਅ ਨੂੰ, ਉਸ ਦੇ ਕਾਰਜ ਨੂੰ ਪ੍ਰਗਟ ਕਰਦਾ ਹੈ, ਜਿਸ ਦੇ ਵਿਖੇ ਪੌਲਸ ਰਸੂਲ ਨੇ ਸਾਰੇ ਵਿਸ਼ਵਾਸੀਆਂ ਨੂੰ, ਐਲਡਰਾਂ ਨੂੰ, ਸਭ ਨੂੰ ਇਹ ਗੱਲ ਕਹੀ ਸੀ, ਸਾਨੂੰ ਬਹੁਤ ਸਾਰਾ ਦੁੱਖ ਅਤੇ ਕਲੇਸ਼ ਝੱਲ ਕੇ ਪਰਮੇਸ਼ਵਰ ਦੇ ਸਵਰਗ ਰਾਜ ਵਿੱਚ ਪ੍ਰਵੇਸ਼ ਕਰਨਾ ਹੈ। ਆਸਾਨ ਨਹੀਂ ਹੈ। ਅਸੀਂ ਇੱਕ ਗਾਣਾ ਗਾਉਂਦੇ ਹੁੰਦੇ ਹਾਂ, ਤਨ ਮਨ ਧਨ ਉਸੇ ਦੋ, ਆਪਣੇ ਯਿਸੂ ਕੋ ਸਭ ਕੁਛ ਦੋ। ਕੰਡਿਆਂ ਤੇ ਵੀ ਚੱਲਣਾ ਪਵੇ ਜਾਂ ਸਾਨੂੰ ਮੁਸੀਬਤ ਦੇ ਵਿੱਚ ਹੋ ਕੇ ਵੀ ਲੰਘਣਾ ਪਵੇ, ਤਾਂ ਸਾਨੂੰ ਉੱਥੇ ਡਰਨ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ਰ ਨੇ ਉੱਥੇ ਕਿਹਾ ਮੈਂ ਤੁਹਾਡੇ ਨਾਲ ਹਾਂ। ਦਾਊਦ ਵੀ ਇਹੀ ਕਹਿੰਦਾ, ਮੈਂ ਮੌਤ ਦੀ ਘਾਟੀ ਦੇ ਵਿੱਚੋਂ ਹੋ ਕੇ ਵੀ ਚੱਲਾਂ ਤਾਂ ਵੀ ਤੂੰ ਮੇਰੇ ਨਾਲ ਹੈ, ਤੂੰ ਮੈਨੂੰ ਛੱਡਦਾ ਨਹੀਂ। ਇੱਥੇ 400 ਨਵੀਆਂ ਨੇ ਝੂਠੀ ਸਾਖੀ ਦੇ ਦਿੱਤੀ ਹੈ, ਪਰ ਇੱਥੇ ਯਹੋਸ਼ਾਫਾਟ ਨੇ ਇਹਨਾਂ ਵਾਰਾਂ ਯਹੋਵਾ ਦਾ ਕੋਈ ਹੋਰ ਨਵੀ ਹੈ ਤਾਂ ਜੋ ਅਸੀਂ ਉਹਦੇ ਕੋਲੋਂ ਵੀ ਪੁੱਛੀਏ
ਜਿਹਦੇ ਵਿੱਚ ਪਰਮੇਸ਼ਵਰ ਨੇ, ਜਿਹਨੂੰ ਪਰਮੇਸ਼ਵਰ ਨੇ ਚੁਣਿਆ ਹੈ। ਯਹੋਸ਼ਾਫਾਟ ਨੂੰ ਤਸੱਲੀ ਨਹੀਂ ਆਈ। ਉਹਨੇ ਕਿਹਾ ਜੇ ਕੋਈ ਯਹੋਵਾ ਦਾ ਚੁਣਿਆ ਹੋਇਆ ਨਬੀ ਦੱਸੋ। ਤਦ 7 ਆਇਤ ਦੇ ਵਿੱਚ ਆਹਾਬ ਜਿਸ ਦੇ ਵਿਰੁੱਧ ਮਿਕਾ ਬੋਲਦਾ ਸੀ, ਉਸਨੇ ਕਿਹਾ ਤਾਂ ਇਸਰਾਇਲ ਦੇ ਪਾਤਸ਼ਾਹ ਯਹੋਸ਼ਾਫਾਟ ਨੂੰ ਆਖਿਆ, ਅਜੇ ਇੱਕ ਮਨੁੱਖ ਹੈ ਜਿਹਦੇ ਰਾਹੀਂ ਅਸੀਂ ਯਹੋਵਾ ਤੋਂ ਪੁੱਛੀਏ, ਪਰ ਮੈਨੂੰ ਉਸ ਤੋਂ ਚਿੜ ਹੈ। ਚਿੜ ਹੈ ਕਿਉਂ? ਚਿੜ ਹੈ ਕਿਉਂ ਜੋ ਉਹ ਮੇਰੇ ਵਿਖੇ ਭਲਾਈ ਦਾ ਨਹੀਂ ਸਗੋਂ ਬੁਰਾਈ ਦਾ ਗੰਭਾ ਕਰਦਾ ਹੈ। ਉਹ ਸੱਚ ਬੋਲਦਾ ਹੈ, ਉਹ ਸੱਚ ਕਹਿੰਦਾ ਹੈ। ਜੇ ਤੂੰ ਚੜ੍ਹਾਈ ਕਰੂੰਗਾ ਤੂੰ ਮਰ ਜਾਏਗਾ, ਤੇਰੀ ਪ੍ਰਜਾ ਨਾਸ਼ ਹੋ ਜਾਏਗੀ, ਤੂੰ ਖਤਮ ਹੋ ਜਾਵੇਗਾ। ਪਰ ਆਹਾਬ ਨੇ ਗੱਲ ਨਹੀਂ ਮੰਨੀ। ਕਾਰਨ ਆਹਾਬ ਦੁਨੀਆ ਨੂੰ ਵੀ ਖੁਸ਼ ਕਰ ਰਿਹਾ ਸੀ, ਦੁਨੀਆ ਦੇ ਨਾਲ ਚੱਲ ਰਿਹਾ ਸੀ, ਉਹ ਕੰਮ ਕਰ ਰਿਹਾ ਸੀ ਜਿਸ ਤੋਂ ਪਰਮੇਸ਼ਰ ਨੂੰ ਕਹਿਣਾ। ਉਹਨੇ ਮੰਦਰ ਆਪਣਾ ਉਸ ਜਗ੍ਹਾ ਦੇ ਉੱਤੇ ਬਣਾਤੇ ਸੀ। ਉਸ ਦੀ ਰਾਣੀ ਐਲਿਜ਼ਬeth ਨੇ ਬਹੁਤ ਸਾਰੇ ਆਪਣਾ ਪੁਜਾਰੀ ਖੜੇ ਕਰ ਦਿੱਤੇ ਸੀ, ਇਸਰਾਈਲੀਆਂ ਨੂੰ ਪੂਜਾ ਕਰਨ ਦੇ ਲਈ ਉਸਕਾ ਦਿੱਤਾ ਸੀ। ਏਲੀਆ ਨਬੀ ਦੇ ਤੁਸੀਂ 18 ਅਧਿਆਏ ਪੜ੍ਹਨਾ ਸ਼ੁਰੂ ਕਰ ਦਿਓ, ਰਾਜਾ ਪਹਿਲਾ ਰਾਜਿਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ। ਔਰ ਇੱਥੇ ਲਿਖਿਆ ਹੈ ਉਹ ਅਗੰਭਾ ਕਰਦਾ ਅਤੇ ਜਮਲਿਆ ਦਾ ਪੁੱਤਰ ਮਿਕਾ ਹੈ। ਯਹੋਸ਼ਾਫਾਟ ਨੇ ਆਖਿਆ ਪਾਤਸ਼ਾਹ ਐਉਂ ਨਾ ਆਖੋ। ਉਹ ਕਹਿੰਦਾ ਏਦਾਂ ਨਾ ਆਖੋ। ਕਿਉਂ? ਕਿਉਂਕਿ ਉਹ ਯਹੋਵਾ ਵੱਲੋਂ ਆਖ ਰਿਹਾ, ਉਹ ਸੱਚ ਆਖ ਰਿਹਾ ਹੈ। ਪਰ ਮੈਂ ਆਪ ਨੂੰ ਕੁਝ ਗੱਲਾਂ ਇੱਥੇ ਦੱਸਣਾ ਚਾਹੁੰਦਾ ਹਾਂ, ਕਿਉਂਕਿ ਇੱਥੇ ਪਰਮੇਸ਼ਵਰ ਨੇ ਜਦੋਂ ਯਹੋਸ਼ਾਫਾਟ ਨੂੰ ਲਿਆਂਦਾ ਗਿਆ, ਉਸ ਨੇ ਮਿਕਾ ਨਬੀ ਦੇ ਬਾਰੇ ਗੱਲ ਕਹੀ। ਤਦ ਮਿਕਾ ਨਬੀ ਨੇ ਯਹੋਸ਼ਾਫਾਟ ਨੂੰ ਕੀ ਉੱਤਰ ਦਿੱਤਾ? ਉਸ ਨੂੰ ਕੀ ਕਿਹਾ? ਪਾਤਸ਼ਾਹ ਕੋਲ ਆਇਆ ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਹੇ ਮਿਕਾ, ਭਲਾ ਅਸੀਂ ਰਮੋਥ ਅਤੇ ਗਿਲਾਤ ਉੱਤੇ ਚੜ੍ਹਾਈ ਕਰਨ ਜਾਈਏ ਤਾਂ ਮੈਂ ਰੁਕਿਆ ਰਹਾ। ਤਾਂ ਆਖਿਆ ਚੜ੍ਹ ਜਾਓ ਅਤੇ ਫਤਿਹ ਪਾਓ ਅਤੇ ਉਹ ਤੁਹਾਡੇ ਹੱਥਾਂ ਵਿੱਚ ਦਿੱਤੇ ਜਾਣਗੇ। ਤਾਂ ਪਾਤਸ਼ਾਹ ਨੇ ਉਸ ਨੂੰ ਆਖਿਆ, ਮੈਂ ਤੈਨੂੰ ਕਿੰਨੀ ਕੁ ਵਾਰ ਸਹੁੰ ਚੁਕਾਵਾਂ, ਭਾਈ ਤੂੰ ਮੈਨੂੰ ਯਹੋਵਾ ਦੇ ਨਾਮ ਉੱਤੇ ਸੱਚਾਈ ਤੋਂ ਬਿਨਾਂ ਕੁਝ ਹੋਰ ਨਾ ਦੱਸੀ। ਸੱਚਾਈ ਤੋਂ ਬਿਨਾਂ ਕੁਝ ਹੋਰ ਨਾ ਦੱਸੀ। ਉਹ ਸੱਚਾਈ ਦੱਸ ਰਿਹਾ ਸੀ। ਜਦੋਂ ਉਸਨੇ ਸੱਚਾਈ ਦੀ ਗੱਲ ਕੀਤੀ ਤਾਂ ਉਸਨੇ ਆਖਿਆ 400 ਨਬੀਆਂ ਦੇ ਵਿੱਚ ਝੂਠੀ ਆਤਮਾ ਪਰਮੇਸ਼ਰ ਵੱਲੋਂ ਭੇਜੀ ਗਈ। ਕਾਹਦੇ ਵਾਸਤੇ? ਰਹਾਬ ਅਤੇ ਉਸਦੇ ਨਾਲ ਦੇ ਸਾਥੀਆਂ ਨੂੰ ਨਾਸ਼ ਕੀਤਾ ਗਿਆ। ਕਾਹਤੇ? ਕਿਉਂਕਿ ਉਹ ਸੰਸਾਰ ਦੇ ਕੰਮ ਕਰਦੇ, ਸੱਚ ਦੇ ਪਿੱਛੇ ਨਹੀਂ ਚੱਲਦੇ ਸੀ। ਜਿਵੇਂ ਯਹੋਸ਼ਾਫਾਟ ਨੇ ਯਹੂਦਾ ਦੇ ਪਿੱਛੇ, ਪਰਮੇਸ਼ਵਰ ਦੀ ਸ਼ਰ੍ਹਾ ਦੇ ਪਿੱਛੇ ਚੱਲਿਆ ਅਤੇ ਯਹੋਵਾ ਉਸਦੇ ਸੰਗ ਰਿਹਾ। ਇੱਥੇ ਕੀ ਲਿਖਿਆ? 21 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਬੜੇ ਧਿਆਨ ਨਾਲ ਸੁਣਨਾ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਸੱਚ ਦੇ ਪਿੱਛੇ ਨਹੀਂ ਚੱਲਦੇ ਹਾਂ ਤਾਂ ਪਰਮੇਸ਼ਵਰ ਸਾਨੂੰ ਝੂਠ ਦੇ ਵਸ ਪਾ ਦਿੰਦਾ। ਤਾਂ ਮਰੋ ਆਪਣੀਆਂ ਕਰਨੀਆਂ ਦੇ ਵਿੱਚ। ਇੱਥੇ ਕੀ ਕਹਿ ਰਿਹਾ ਹੈ? ਉਸ ਆਖਿਆ ਮੈਂ ਜਾ ਕੇ ਇੱਕ ਝੂਠਾ ਆਤਮਾ ਉਹ ਸਾਰੇ ਨਬੀਆਂ ਦੇ ਮੂੰਹ ਵਿੱਚ ਬਣਾਂਗਾ। ਤਾਂ ਉਹਨੇ ਆਖਿਆ ਤੂੰ ਉਹਨਾਂ ਨੂੰ ਭਰਮਾ ਲਏਗਾ ਅਤੇ ਜਿੱਤੇਗਾ, ਜਾ ਐਉਂ ਕਰ। ਉਹ 400 ਨਬੀਆਂ ਨੇ ਮਿਕਾ ਦੇ ਓਪੋਜਿਟ ਭਵਿੱਖਬਾਣੀ ਕੀਤੀ ਅਤੇ ਉਹ ਨਾਸ਼ ਹੋ ਗਏ। ਅੱਗੇ ਜਾ ਕੇ ਪੜ੍ਹੋ ਤਾਂ ਪਤਾ ਲੱਗੇਗਾ। ਇਸ ਲਈ ਪਿਆਰੋ, ਸਾਨੂੰ ਸੱਚ ਦੇ ਪਿੱਛੇ ਚੱਲਣ ਦੇ ਲਈ ਕੋਈ ਗਰੇਜ਼ ਨਹੀਂ ਹੋਣਾ ਚਾਹੀਦਾ। ਇੱਥੇ ਪੌਲਸ ਰਸੂਲ ਕਹਿੰਦਾ ਹੈ ਅਸੀਂ ਸੱਚਾਈ ਦੇ ਵਿਰੁੱਧ ਕੁਝ ਨਹੀਂ ਸਗੋਂ ਸੱਚਾਈ ਦੇ ਲਈ ਤਾਂ ਕੁਝ ਕਰ ਸਕਦੇ ਹਾਂ। ਯਿਸੂ ਮਸੀਹ ਦੇ ਵਿਰੁੱਧ ਨਹੀਂ, ਪਰ ਯਿਸੂ ਮਸੀਹ ਦੇ ਲਈ ਕੁਝ ਕਰ ਸਕਦੇ। ਯਿਸੂ ਮਸੀਹ ਦੇ ਪਿੱਛੇ ਚੱਲੋ ਤਾਂ ਤੁਸੀਂ ਉਸ ਮੰਜ਼ਲ ਦੇ ਉੱਤੇ ਪਹੁੰਚ ਜਾਓਗੇ। ਜੇ ਤੁਸੀਂ ਨਹੀਂ ਚੱਲੋਗੇ ਤਾਂ ਰਹਿ ਜਾਓਗੇ। ਮਤੀਆਸ ਨੂੰ ਪਰਮੇਸ਼ਰ ਨੇ ਕਿਹਾ ਫੋਲੋ ਮੀ, ਉਹਦੇ ਪਿੱਛੇ ਤੁਰ ਪਿਆ। ਉਸਨੇ ਉਸ ਕਿੰਗਡਮ ਨੂੰ, ਉਸ ਸਵਰਗੀ ਰਾਜ ਨੂੰ ਵੇਖ ਲਿਆ ਜਿਹੜਾ ਪਰਮੇਸ਼ਰ ਪੁੱਤਰ ਦੇ ਰਾਹੀਂ ਮੈਨੂੰ ਅਤੇ ਆਪ ਨੂੰ ਦਿੱਤਾ ਗਿਆ ਹੈ। ਅਸੀਂ ਸਵਰਗੀ ਰਾਜ ਦੇ ਵਾਰਿਸ ਹਾਂ। ਔਰ ਪੌਲਸ ਇਹੋ ਤਾਂ ਫਿਲਿੱਪੀਆਂ ਦੇ ਪੁਸਤਕ ਦੇ ਵਿੱਚ ਕਹਿੰਦਾ ਹੈ। ਕੀ ਕਹਿੰਦਾ ਹੈ? ਸਾਨੂੰ ਸਵਰਗ ਦੀ ਸਿਟੀਜ਼ਨਸ਼ਿਪ ਮਿਲੀ ਹੈ, ਇਸ ਸੰਸਾਰ ਦੀ ਨਹੀਂ। ਇਸ ਲਈ ਇਸ ਧਰਤੀ ਦੇ ਉੱਤੇ ਸੱਚ ਦਾ ਜੀਵਨ ਬਤੀਤ ਕਰੋ, ਸੱਚ ਦੇ ਲਈ ਜੀਓ।
ਜਿਹੜੇ ਸੱਤ ਦੇ ਨਾਲ ਚੱਲਣਗੇ ਉਹ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਕਰਨਗੇ। ਅੱਜ ਮੈਂ ਸਵੇਰੇ ਇਹੋ ਵਚਨ ਅਸੈਂਬਲੀ ਦੇ ਵਿੱਚ ਦੇ ਰਿਹਾ ਸੀ। ਬਾਈਬਲ ਦੇ ਵਿੱਚ ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ 3 ਅਧਿਆਇ ਉਹਦੀ 18-19 ਆਇਤ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੈ, ਇਹ ਪਰਜਾ ਵਿੱਚੋਂ ਕੋਈ ਵੀ ਮੇਰੇ ਵਿਸ਼ਰਾਮ ਗ੍ਰਹਿ ਦੇ ਵਿੱਚ ਪ੍ਰਵੇਸ਼ ਨਹੀਂ ਕਰੇਗਾ। ਕਾਰਨ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਬਗਾਵਤ ਕੀਤੀ ਸੀ ਜੰਗਲ ਦੇ ਵਿੱਚ, ਤੇ ਉਹਨਾਂ ਵਿੱਚੋਂ ਕੋਈ ਵੀ ਉਸ ਦੇਸ਼ ਵਿੱਚ ਨਹੀਂ ਜਾ ਸਕਿਆ ਸੀ। ਇਸ ਲਈ ਮੇਰੇ ਪਿਆਰੇ ਵੀਰ, ਅਸੀਂ ਸੱਤ ਦੇ ਪਿੱਛੇ ਚੱਲਣਾ ਹੈ। ਪਰ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਮੈਂ ਆਪ ਦੇ ਨਾਲ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ। ਪਹਿਲਾ ਯਹੋਨਾ ਦੀ ਪੱਤਰੀ ਉਸ ਦਾ 4 ਅਧਿਆਏ ਉਸ ਦੀ 3 ਆਇਤ ਮੈਂ ਆਪ ਦੇ ਲਈ ਪਹਿਲਾਂ ਪੜਾਂਗਾ, ਜਿੱਥੇ ਪਰਮੇਸ਼ਰ ਨੇ ਇੱਕ ਚੇਤਾਵਨੀ ਦਿੱਤੀ ਹੈ। 4:3 ਦੇ ਵਿੱਚ ਇੱਥੇ ਲਿਖਿਆ ਹੈ, 4:3 ਕਹਿੰਦਾ ਹੈ, ਅਤੇ ਹਰੇਕ ਆਤਮਾ ਜਿਹੜਾ ਯਿਸੂ ਨੂੰ ਨਹੀਂ ਮੰਨਦਾ ਸੋ ਪਰਮੇਸ਼ਰ ਤੋਂ ਨਹੀਂ, ਅਤੇ ਇਹੋ ਮਸੀਹ ਵਿਰੋਧੀ ਦਾ ਉਹ ਆਤਮਾ ਹੈ ਜਿਹੜਾ ਤੁਸੀਂ ਸੁਣਿਆ ਭਾਈ ਉਹ ਆਉਂਦਾ ਹੈ ਅਤੇ ਉਹ ਹੁਣ ਵੀ ਸੰਸਾਰ ਵਿੱਚ ਹੈ। ਇਹਦਾ ਮਤਲਬ ਯਿਸੂ ਮਸੀਹ ਦੇ ਵਚਨ ਨੂੰ ਨਹੀਂ ਮੰਨਦੇ। ਪਰਮੇਸ਼ਰ ਦੇ ਇਸ ਪਵਿੱਤਰ ਵਚਨ ਦੇ ਵਿੱਚ ਲਿਖਿਆ, ਤੂੰ ਆਹ ਨਾ ਕਰ, ਤੂੰ ਇਸ ਤਰ੍ਹਾਂ ਨਾ ਬੋਲ, ਇਸ ਤਰ੍ਹਾਂ ਨਾ ਚੱਲ, ਤੁਹਾਡਾ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਉਹ ਕਹਿੰਦੇ ਆਇਤਾਂ ਹੀ ਨਹੀਂ ਹੋਣੀਆਂ ਚਾਹੀਦੀਆਂ, ਸਾਨੂੰ ਤਾਂ ਸੰਸਾਰ ਦੇ ਵਿੱਚ ਰਹਿ ਕੇ ਮਜ਼ਾ ਆਉਂਦਾ ਹੈ। ਕਿਸੇ ਨੂੰ ਕਹੋ ਟੌਫੀ ਖਾ ਲਓ, ਉਹ ਬੜੇ ਅੱਛੇ ਤਰੀਕੇ ਨਾਲ ਖਾ ਲਵੇਗਾ। ਜੇ ਕਿਸੇ ਨੂੰ ਕਹੀਏ ਆ ਕਰੇਲੇ ਦਾ ਜੂਸ ਹੈ, ਤੁਹਾਡੇ ਖੂਨ ਨੂੰ ਸਾਫ਼ ਕਰ ਦੇਗਾ, ਇਹ ਨਿੰਮ ਹੈ, ਇਹਦੇ ਪੀਣ ਨਾਲ ਤੁਹਾਨੂੰ ਫੋੜੇ ਨਹੀਂ, ਇਹ ਕੋੜਾ ਹੈ, ਨਹੀਂ, ਕੋਈ ਮਿੱਠੀ ਦਵਾਈ ਦੇ ਦਿਓ। ਸੰਸਾਰ ਮਿੱਠਾ ਲੱਗਦਾ ਪਰ ਉਹਦੇ ਅੰਤ ਦੇ ਵਿੱਚ ਮੌਤ ਹੈ। ਪਿਆਰੋ, ਪ੍ਰਭੂ ਯਿਸੂ ਮਸੀਹ ਦੇ ਵਚਨ ਸੱਚ ਹੈ। ਚੱਲਣਾ ਔਖਾ ਹੈ ਪਰ ਉਹਦੇ ਵਿੱਚ ਜੀਵਨ ਹੈ। ਇਸ ਲਈ ਫੈਸਲਾ ਤੁਸੀਂ ਕਰਨਾ ਹੈ। ਇੱਕ ਹੋਰ ਵਚਨ ਮੈਂ ਪੜ੍ਹਦਾ ਹਾਂ, ਦੂਸਰਾ ਯਹੋਨਾ ਉਹਦੀ ਪਹਿਲਾਂ ਮੈਂ ਆਪ ਦੇ ਲਈ 4 ਆਇਤ ਪੜ੍ਹਦਾ। ਪਰਮੇਸ਼ਰ ਦਾ ਦਾਸ ਯਹੋਨਾ ਕੀ ਕਹਿੰਦਾ ਹੈ, ਮੈਂ ਡਾਢਾ ਆਨੰਦ ਹੋਇਆ ਜਦ ਮੈਂ ਤੇਰੇ ਬਾਲਕਾਂ ਵਿੱਚੋਂ ਕਈਆਂ ਨੂੰ ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ ਸੱਚਾਈ ਉੱਤੇ ਚੱਲਦਾ ਵੇਖਿਆ। ਜਦੋਂ ਅਸੀਂ ਸੱਚਾਈ ਦੇ ਉੱਤੇ ਵਿਸ਼ਵਾਸੀ ਨੂੰ ਚੱਲਦੇ ਵੇਖਦੇ ਹਾਂ, ਹੋਰ ਕਈ ਵਿਸ਼ਵਾਸੀਆਂ ਨੂੰ ਚੱਲਦੇ ਦੇਖਦੇ ਹਾਂ, ਪ੍ਰਭੂ ਦੇ ਸੇਵਕਾਂ ਨੂੰ ਚੱਲਦੇ ਦੇਖਦੇ ਹਾਂ, ਬਜ਼ੁਰਗਾਂ ਨੂੰ ਚੱਲਦੇ ਦੇਖਦੇ ਹਾਂ, ਤਾਂ ਅਸੀਂ ਆਨੰਦਿਤ ਹੁੰਦੇ ਹਾਂ। ਕਿਉਂ? ਮੇਰਾ ਪਰਮੇਸ਼ਰ ਆਨੰਦਿਤ ਹੁੰਦਾ ਹੈ ਜਿਹੜਾ ਸੱਚ ਦੇ ਪਿੱਛੇ ਚੱਲਦਾ ਹੈ। ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ, ਮੈਂ ਜਦੋਂ ਪਰਮੇਸ਼ਰ ਦੇ ਵਚਨ ਦੇ ਉੱਤੇ ਚੱਲਦਾ ਹਾਂ ਤਾਂ ਮੈਨੂੰ ਡਾਢਾ ਆਨੰਦ ਹੁੰਦਾ ਹੈ। ਜੇ ਤੁਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਤਾਂ ਮੇਰੀ ਖੁਸ਼ੀ ਪੂਰੀ ਹੁੰਦੀ ਹੈ ਤੇ ਮੇਰੇ ਵਿੱਚ ਤੁਹਾਡੀ ਖੁਸ਼ੀ ਪੂਰੀ ਹੁੰਦੀ ਹੈ। 15:11 ਵਿੱਚ ਲਿਖਿਆ ਹੈ ਯਹੋਨਾ। ਇਸ ਲਈ ਫੈਸਲਾ ਅਸੀਂ ਕਰਨਾ ਹੈ, ਅਸੀਂ ਕਿਸ ਦੇ ਪਿੱਛੇ ਚੱਲਣਾ ਹੈ, ਪਰਮੇਸ਼ਰ ਦੇ ਪਿੱਛੇ ਚੱਲਣਾ ਹੈ ਜਾਂ ਸੰਸਾਰ ਦੇ ਪਿੱਛੇ ਚੱਲਣਾ ਹੈ। ਜਦੋਂ ਵਿਸ਼ਵਾਸੀ ਸੱਤ ਦੇ ਵਚਨ ਦੇ ਪਿੱਛੇ ਚੱਲਦਾ ਹੈ ਤਾਂ ਉਹ ਪਰਮੇਸ਼ਰ ਦੇ ਆਨੰਦ ਨੂੰ ਆਪਣੇ ਜੀਵਨ ਵਿੱਚ ਪ੍ਰਾਪਤ ਕਰਦਾ ਹੈ। ਪਰਮੇਸ਼ਰ ਦੇ ਵਚਨ ਦਾ ਆਨੰਦ ਆਪਣੇ ਜੀਵਨ ਵਿੱਚ ਪ੍ਰਾਪਤ ਕਰਦਾ ਹੈ। ਜਦੋਂ ਅਸੀਂ 2:7 ਪੜ੍ਹਦੇ ਹਾਂ ਤਾਂ ਇਸ ਵਿੱਚ ਅੱਜ ਦੇ ਸਮੇਂ ਦੇ ਲਈ ਚੇਤਾਵਨੀ ਦਿੱਤੀ ਗਈ ਹੈ। ਕਹਿੰਦਾ, ਕਿਉਂ ਜੋ ਬਾਲੇ ਛਲੀਏ ਸੰਸਾਰ ਵਿੱਚ ਨਿਕਲ ਆਏ ਹਨ, ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ, ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ। ਬਹੁਤੇ ਲੋਕ ਨਿਕਲ ਆਏ ਆ, ਭਰਮਾਣਗੇ ਤੁਹਾਨੂੰ ਵਚਨ ਦੇ ਨਾਲ, ਪਰ ਵਚਨ ਦੇ ਨਾਲ ਜੇ ਤੁਸੀਂ ਖੋਜ ਕਰਕੇ ਚੱਲੋਗੇ ਤਾਂ ਤੁਸੀਂ ਕਦੇ ਵੀ ਪਰਮੇਸ਼ਰ ਦੇ ਆਨੰਦ ਤੋਂ ਪਿੱਛੇ ਨਹੀਂ, ਉਸ ਦੀ ਸੱਚਾਈ ਦੇ ਪਿੱਛੇ ਚੱਲ ਕੇ ਤੁਸੀਂ ਉਸ ਦੇ ਆਨੰਦ ਨੂੰ ਪ੍ਰਾਪਤ ਕਰੋਗੇ। ਇੱਕ ਵਚਨ ਮੈਂ ਪੜ੍ਹ ਕੇ ਸਮਾਪਤੀ ਦੇ ਵਿੱਚ ਜਾਵਾਂਗਾ। 2 ਥੈਸਲੋਨੀਅਕ 2:12 ਦੇ ਵਿੱਚ ਪਰਮੇਸ਼ਰ ਮੈਨੂੰ ਇੱਕ ਚੇਤਾਵਨੀ ਦੇ ਰਿਹਾ ਹੈ। 2:12 ਥੈਸਲੋਨੀਅਕ ਦੀ ਪੁਸਤਕ 2 ਥੈਸਲੋਨੀਅਕ 2:12 ਇੱਥੇ ਲਿਖਿਆ ਹੈ, ਕਹਿੰਦਾ ਹੈ, ਤਾਂ ਜੋ ਉਹ ਸਭੇ ਦੋਸ਼ੀ ਠਹਿਰਨ ਜਿਨ੍ਹਾਂ ਸੱਚ ਨੂੰ ਨਾ ਮੰਨਿਆ ਸਗੋਂ ਕੁਧਰਮ ਉੱਤੇ ਪ੍ਰਸੰਨ ਹੋਏ। ਉਹ ਸਾਰੇ ਡੰਡ ਪਾਣਗੇ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਸਗੋਂ ਕੁਧਰਮ ਤੇ ਪ੍ਰਸੰਨ ਹੋਏ।
ਚੱਲ ਕੋਈ ਨਹੀਂ, ਮੰਦਰ 'ਚ ਰੋਟੀ ਖਾ ਲੈਂਦੇ ਆ, ਕੋਈ ਫਰਕ ਨਹੀਂ, ਪ੍ਰਸ਼ਾਦ ਖਾ ਲੈਂਦੇ ਆ, ਕੋਈ ਗੱਲ ਨਹੀਂ। ਹਾਂ, ਭੰਗੜਾ ਪਾ ਲੈਂਦੇ ਆ ਜਾ ਕੇ। ਬਾਈਬਲ ਦੇ ਵਿੱਚ ਇੱਕ ਗੱਲ ਲਿਖੀ ਹੈ, ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ। ਪਹਿਲਾ ਕੁਰਿੰਥੀਆਂ 1:33 ਇੱਥੇ ਲਿਖਿਆ ਹੈ, ਕਿਉਂ ਜੋ ਪਰਮੇਸ਼ਰ ਘਸਮਾਣ ਦਾ ਨਹੀਂ ਸਗੋਂ ਸ਼ਾਂਤੀ ਦਾ ਹੈ। ਦੂਸਰੀ ਗੱਲ ਉਹ ਕੀ ਕਹਿੰਦਾ ਹੈ, ਬੁਰੀ ਸੰਗਤੀ ਚੰਗੇ ਚਰਿੱਤਰ ਨੂੰ ਵਿਗਾੜ ਦਿੰਦੀ ਹੈ। ਦੋ ਗੱਲਾਂ, ਪਰਮੇਸ਼ਰ ਘਸਮਾਣ ਦਾ ਨਹੀਂ ਹੈ, ਦੂਸਰਾ ਬੁਰੀ ਸੰਗਤੀ। ਸੰਸਾਰ ਦੇ ਨਾਲ ਦੋਸਤੀ ਕਰਨਾ ਪਰਮੇਸ਼ਰ ਦੇ ਨਾਲ ਬੈਰ ਕਰਨਾ ਹੈ। ਵਚਨ ਦੇ ਵਿੱਚ ਲਿਖਿਆ, ਸੰਸਾਰ ਦੇ ਨਾਲ ਦੋਸਤੀ ਕਰਨਾ ਪਰਮੇਸ਼ਰ ਦੇ ਨਾਲ। ਸੰਸਾਰ ਭੰਗੜੇ ਪਾਉਂਦਾ ਹੈ, ਨਾਚ ਕਰਦਾ। ਬਾਈਬਲ ਦੇ ਵਿੱਚ ਲਿਖਿਆ ਹੈ, ਪਰਮੇਸ਼ਰ ਦੀ ਭਗਤੀ ਡਰਦੇ ਅਤੇ ਕੰਬਦੇ ਕਰੋ, ਕਿਉਂਕਿ ਉਹ ਮਹਾਰਾਜਾ ਹੈ, ਉਹ ਆਦਰ ਦੇ ਯੋਗ ਹੈ, ਉਹ सम्मान ਦੇ ਯੋਗ ਹੈ, ਉਹ ਭਗਤੀ ਦੇ ਯੋਗ ਹੈ, ਵਡਿਆਈ ਦੇ ਯੋਗ ਹੈ, ਆਦਰ ਦੇ ਯੋਗ ਹੈ। ਉਸ ਦੇ ਅੱਗੇ ਸੱਚ ਦੇ ਪਿੱਛੇ ਚੱਲੋ ਤਾਂ ਉਹ ਤੁਹਾਨੂੰ ਆਸ਼ੀਸ਼ ਦੇ ਨਾਲ ਭਰਪੂਰ ਕਰ ਦੇਗਾ। ਜੇ ਸੰਸਾਰ ਦੇ ਨਾਲ ਮਿਲ ਕੇ ਚੱਲੋ ਤਾਂ ਡੰਡ ਦੇ ਨਾਲ ਤੁਹਾਨੂੰ ਨਾਸ਼ ਕਰ ਦੇਵੇਗਾ। ਤੁਸੀਂ ਫੈਸਲਾ ਕਰਨਾ ਹੈ, ਪਰਮੇਸ਼ਰ ਦੇ ਵਚਨ ਦੇ ਸੱਚ ਦੇ ਪਿੱਛੇ ਚੱਲਣਾ ਹੈ ਜਾਂ ਸੰਸਾਰ ਦੇ ਪਿੱਛੇ ਚੱਲਣਾ ਹੈ। ਸੰਸਾਰ ਦੇ ਪਿੱਛੇ ਚੱਲ ਕੇ ਮੌਤ ਹੈ, ਪਰਮੇਸ਼ਰ ਦੇ ਵਚਨ ਦੇ ਸੱਚ ਦੇ ਪਿੱਛੇ ਚੱਲ ਕੇ ਸਦਾ ਦਾ ਜੀਵਨ ਹੈ, ਪਰਮੇਸ਼ਰ ਦੀ ਬਰਕਤ ਹੈ ਔਰ ਪਰਮੇਸ਼ਰ ਦਾ ਰਾਜ ਹੈ। आपने फैसला करना है किस ਨੂੰ ਪ੍ਰਾਪਤ ਕਰਨਾ ਹੈ। ਮੈਂ ਤਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੇ ਬਰਕਤ ਨੂੰ ਅਤੇ ਉਸ ਦੇ ਨਾਲ ਹਮੇਸ਼ਾ ਜ਼ਿੰਦਗੀ ਬਤੀਤ ਕਰਨ ਨੂੰ ਆਪਣੇ ਜੀਵਨ ਦੇ ਵਿੱਚ ਉਸ ਦੇ ਪਿੱਛੇ ਚੱਲਣ ਦਾ ਫੈਸਲਾ ਕੀਤਾ ਹੈ। ਆਪ ਦਾ ਫੈਸਲਾ ਕੀ ਹੈ, ਆਪ ਨੇ ਸੋਚਣਾ ਹੈ। ਪ੍ਰਭੂ ਆਪ ਨੂੰ ਇਸ ਵਚਨ ਦੇ ਵਿੱਚ ਪਵਿੱਤਰਤਾ ਦੇ ਨਾਲ ਚੱਲਣ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ।